मेरे लोगों नूं समाजिक ਅਤੇ ਆਰਥਿਕ ਤੌਰ ਦੇ ਉੱਤੇ ਤੁਸੀਂ ਬਰਾਬਰ ਨਾ ਕੀਤਾ ਤਾਂ ਮੇਰੇ ਹੀ ਲੋਕ ਮੇਰੇ ਬਣਾਏ ਹੋਏ ਸੰਵਿਧਾਨ ਦੀਆਂ ਧੱਜੀਆਂ ਉਡਾ ਦੇਣਗੇ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਚੇਤਾਵਨੀ ਸੀ। क्या ਅਸੀਂ ਜਾਣਦੇ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਾਡੇ ਲਈ ਕੀ ਚੈਲੰਜ ਸੀ? ਔਰ ਉਹ ਤਾਂ 18 ਮਾਰਚ 1956 ਨੂੰ ਜੂਲਾ ਦੀ ਕਾਨਫਰੰਸ ਦੇ ਵਿੱਚ ਲੱਖਾਂ ਲੋਕਾਂ ਦਾ ਇਕੱਠ ਹੋਇਆ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਉਸ ਵੇਲੇ ਜਿਸ ਵੇਲੇ ਉਹਨਾਂ ਦਾ ਨਾਮ ਅਨਾਉਂਸ ਹੋਇਆ ਕਿ ਡਾਕਟਰ ਅੰਬੇਡਕਰ ਸਾਹਿਬ ਆਪਣੇ ਵਿਚਾਰ ਰੱਖਣਗੇ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਬੱਚਿਆਂ ਦੀ ਤਰ੍ਹਾਂ ਭੁੱਬਾ ਮਾਰ ਕੇ ਰੋਏ। ਸਟੇਜ ਦੇ ਉੱਤੇ ਮੰਚ ਦੇ ਉੱਤੇ ਲੱਖਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੁੱਛਿਆ ਲੋਕਾਂ ਨੇ, ਪੈਰੋਕਾਰਾਂ ਨੇ ਕਿ ਡਾਕਟਰ ਅੰਬੇਡਕਰ ਸਾਹਿਬ ਤੁਸੀਂ ਕਿਉਂ ਰੋ ਰਹੇ ਆ, ਤੁਹਾਡਾ ਕੀ ਰੋਣ ਦਾ ਕਾਰਨ ਹੈ? ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਵਾਬ ਦਿੱਤਾ ਕਿ ਮੈਨੂੰ ਆਪਣਾ ਸੁਪਨਾ ਜਿਹੜਾ ਉਹ ਜਿੰਦੇ ਜੀ ਮੈਨੂੰ ਫੇਲ ਹੁੰਦਾ ਨਜ਼ਰ ਆ ਰਿਹਾ। ਅੱਕ ਲੜਕਾਂ ਦੀ ਭੀੜ, ਮੈਂ ਤਾਂ ਸੋਚਿਆ ਸੀ ਕਿ ਆਪਣੇ ਸਮਾਜ ਦੀਆਂ ਬਹੂ ਬੇਟੀਆਂ ਦੇ ਲਈ, ਆਪਣੇ ਸਮਾਜ ਦੇ ਭਰਾਵਾਂ ਦੇ ਲਈ ਇਹ ਲੋਕ ਜਿਹੜੇ ਆ, ਇਹ ਬਾਬੂ ਲੋਕ ਜਿਹੜੇ ਆ, ਉਹਨਾਂ ਨੂੰ ਤਿਆਰ ਕਰਨਗੇ, ਉਹਨਾਂ ਨੂੰ ਦਿਮਾਗੀ ਤੌਰ ਤੇ ਤਿਆਰ ਕਰਕੇ ਔਰ ਉਹ ਇਸ ਦੇਸ਼ ਦੇ ਵਿੱਚ ਇੱਕ ਲੇਬਰ ਪਾਰਟੀ ਨੂੰ ਜਨਮ ਦੇਣਗੇ ਔਰ ਇਸ ਦੇਸ਼ ਦੀ ਸੱਤਾ ਦੇ ਉੱਤੇ ਜਾਣਗੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਬੱਚਿਆਂ ਦੀ ਤਰ੍ਹਾਂ ਰੋਏ, ਭੁੱਬਾ ਮਾਰ ਕੇ ਰੋਏ। ਫਿਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਨਾਲ ਇਹ ਗੱਲ ਕਹੀ ਕਿ ਮੈਂ ਆਪਣੇ ਪੈਰੋਕਾਰਾਂ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਜੇ ਤੁਸੀਂ ਕੁਝ ਹੋਰ ਨਾ ਕਰ ਸਕੇ ਤਾਂ ਘੱਟ ਤੋਂ ਘੱਟ ਇੰਨਾ ਜ਼ਰੂਰ ਕਰਨਾ, ਜਿਹੜੇ ਕਾਰਵੇ ਨੂੰ ਮੈਂ ਬੜੀ ਮੁਸ਼ਕਲ ਦੇ ਨਾਲ ਹਨੇਰੇ ਯੁੱਗ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਇੱਥੇ ਤੱਕ, ਜੇ ਤੁਸੀਂ ਇਹਨੂੰ ਮੰਜ਼ਿਲ ਤੇ ਨਹੀਂ ਲਿਜਾ ਸਕਦੇ, ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ, ਤਾਂ ਘੱਟੋ ਘੱਟ ਇਸ ਕਾਰਵਾਂ ਨੂੰ ਇੱਥੋਂ ਪਿੱਛੇ ਨਾ ਜਾਣ ਦਿਓ, ਕਿਉਂਕਿ ਹਜ਼ਾਰਾਂ ਸਾਲ ਲੱਗੇ ਆ ਇਸ ਕਾਰਵਾਈ ਨੂੰ ਹਨੇਰੇ ਖੂਹ ਦੇ ਵਿੱਚੋਂ ਕੱਢਣ ਦੇ ਲਈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਇਸ ਗੱਲ ਦੀ ਚਿੰਤਾ ਸੀ, ਕਿਉਂਕਿ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਤੀਸਰੇ ਬੱਚੇ ਦੀ ਮੌਤ ਹੋਈ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕੋਲ ਬੱਚੇ ਦੀ ਲਾਸ਼ ਦੇ ਉੱਤੇ ਕਫਨ ਦੇਣ ਲਈ ਪੈਸੇ ਨਹੀਂ ਸਨ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਨੇ, ਰਾਮਾਬਾਈ ਨੇ, ਜਿਹੜੀ ਉਹਨੇ ਆਪਣੇ ਤਨ ਦੇ ਉੱਤੇ ਸਾੜੀ ਪਹਿਨੀ ਹੋਈ ਸੀ, ਉਹਦਾ ਤੀਸਰਾ ਹਿੱਸਾ ਪਾੜ ਕੇ ਆਪਣੀ ਪਹਿਨੀ ਹੋਈ ਸਾੜੀ ਦਾ ਆਪਣੇ ਬੱਚੇ ਦੇ ਲਾਸ਼ ਦੇ ਉੱਤੇ ਕਫਨ ਦਿੱਤਾ ਸੀ। ਅਸੀਂ ਕੀ ਸਮਝੇ ਕਿ ਜਿਹੜੀਆਂ ਤਕਦੀਰਾਂ ਐਵੇਂ ਬਦਲਦੀਆਂ ਆ? ਜਿਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ 5 ਬੱਚਿਆਂ ਵਿੱਚੋਂ 4 ਬੱਚੇ ਭੁੱਖ ਦੇ ਕਾਰਨ ਮਰ ਗਏ, ਦਵਾਈ ਦੇ ਦੁੱਖ ਤੋਂ ਮਰ ਗਏ। 1935 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਦਵਾਈ ਦੇ ਦੁੱਖ ਤੋਂ ਮਰ ਗਈ ਔਰ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਦਵਾਈ ਦੇ ਦੁੱਖ ਤੋਂ ਮਰੀ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ 1 ਹਫ਼ਤਾ ਕਮਰੇ ਦੇ ਅੰਦਰ ਬੰਦ ਹੋ ਕੇ, ਕੁੰਡਾ ਲਾ ਕੇ 1 ਹਫ਼ਤਾ ਦਿਨ ਰਾਤ ਲਗਾਤਾਰ ਰੋਂਦੇ ਰਹੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ 7 ਦਿਨਾਂ ਬਾਅਦ ਜਦੋਂ ਮਿੰਤਾਂ ਤਰਲੇ ਕਰਕੇ ਉਹਨਾਂ ਦੇ ਕੋਲੋਂ ਕੁੰਡਾ ਕਲਵਾਇਆ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਉਹਨਾਂ ਦੇ ਪੈਰੋਕਾਰਾਂ ਨੇ ਪੁੱਛਿਆ, ਬਾਬਾ ਸਾਹਿਬ ਕਿਉਂ ਨਿਰਾਸ਼ ਹੈ, ਕੀ ਕਾਰਨ ਹੈ? ਤਾਂ ਬਾਬਾ ਸਾਹਿਬ ਅੰਬੇਡਕਰ ਨੇ ਭੁੱਬਾ ਮਾਰ ਕੇ ਕਿਹਾ ਕਿ ਮੈਂ ਆਪਣੀ ਪਤਨੀ ਦਾ ਕਾਤਲ ਹਾਂ। ਉਹਨਾਂ ਨੇ ਪੁੱਛਿਆ ਕਿਉਂ, ਉਹ ਤਾਂ ਬਿਮਾਰੀ ਨਾਲ ਮਰੇ ਆ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਕਿ ਉਸ ਔਰਤ ਨੇ ਮੈਨੂੰ ਕਦੇ ਜ਼ਿੰਦਗੀ 'ਚ ਸ਼ਿਕਾਇਤ ਨਹੀਂ ਕੀਤੀ ਕਿ ਬੱਚੇ ਲਈ ਦਵਾਈ ਚਾਹੀਦੀ ਆ, ਘਰ ਵਿੱਚ ਆਟਾ ਨਹੀਂ ਹੈ, ਘਰ ਦੇ ਵਿੱਚ ਦੁੱਧ ਨਹੀਂ ਹੈ, ਘਰ ਦੇ ਵਿੱਚ ਪੱਤੀ ਨਹੀਂ ਹੈ। ਮੈਨੂੰ ਜ਼ਿੰਦਗੀ 'ਚ ਕਦੇ ਇਸ ਔਰਤ ਨੇ ਮੈਨੂੰ ਬਿਮਾਰ ਹੈ, ਦਵਾਈ ਚਾਹੀਦੀ ਆਪਣੇ ਲਈ। ਮੈਨੂੰ ਇੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਮਕਾਲੀ ਨੇ ਦੱਸਿਆ ਕਿ ਜਦੋਂ ਬਾਬਾ ਸਾਹਿਬ ਅੰਬੇਡਕਰ ਬਾਰਟ ਲਾ ਕਰਕੇ ਆਏ ਇੰਗਲੈਂਡ ਤੋਂ, ਲੰਡਨ ਤੋਂ, ਉਹ ਕਹਿੰਦੇ ਅਸੀਂ ਬੰਬੇ ਦੇ 에ਅਰਪੋਰਟ ਤੋਂ ਡਾਕਟਰ ਅੰਬੇਡਕਰ ਸਾਹਿਬ ਨੂੰ ਅਸੀਂ ਰਿਸੀਵ ਕੀਤਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੰਬਾ ਗੌਨ ਪਾਇਆ ਹੋਇਆ ਸੀ, ਜਿਹੜੇ ਬ੍ਰੈਸਟਰ ਪਹਿਨਦੇ ਆ, ਸਿਰ ਦੇ ਉੱਤੇ ਹੈਟ ਲਿਆ ਹੋਇਆ ਸੀ। ਇਹਨੂੰ ਯਾਰ ਪਾਸੇ ਕਰੋ ਬੜਾ ਗੌਨ ਪਹਿਨਿਆ ਹੋਇਆ ਸੀ ਗੋਡਿਆਂ ਤੱਕ ਬਾਬਾ ਸਾਹਿਬ ਅੰਬੇਡਕਰ ਨੇ, ਜਿਹਨੂੰ ਲੰਬਾ ਕੋਟ ਆਪਾਂ ਓਵਰਕੋਟ ਕਹਿੰਦੇ ਆ, ਸਿਰ ਦੇ ਉੱਤੇ ਹੈਟ ਸੀ। ਉਹ ਬੰਦਾ ਕਹਿੰਦਾ ਸਮਕਾਲੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਕਿ ਜਦੋਂ ਅਸੀਂ ਡਾਕਟਰ ਅੰਬੇਡਕਰ ਸਾਹਿਬ ਨੂੰ ਰਿਸੀਵ ਕਰਕੇ ਅਸੀਂ ਘਰੇ ਲੈ ਕੇ ਆਏ, ਅੰਦਰ ਬੈਠੇ ਉਹਨਾਂ ਦੇ ਘਰ, ਜਿਉਂ ਹੀ ਅਸੀਂ ਬੈਠੇ ਇੰਨੇ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪਤਨੀ ਰਾਮਾਬਾਈ ਸਿਰ ਤੇ ਟੋਕਰੇ ਦੇ ਵਿੱਚ ਪਾਥੀਆਂ ਦਾ ਟੋਕਰਾ ਲੈ ਕੇ ਅੰਦਰ ਦਾਖਲ ਹੋਈ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪਣੀ ਪਤਨੀ ਨੂੰ, ਰਾਮਾਬਾਈ ਨੂੰ ਪਿਆਰ ਨਾਲ ਕਹਿ ਲਓ, ਮਜ਼ਾਕ ਨਾ ਕਹਿ ਲਓ, ਉਹਨੂੰ ਰਾਮੂ ਕਿਆ ਕਰਦੇ ਸੀ। ਉਹ ਕਹਿੰਦੇ ਅਰੇ ਵੇ ਰਾਮੂ ਇਧਰ ਦੇਖ ਮੇਰੀ ਤਰਫ,
मैं बैरिस्टर बन गया हूं, मैं बार एट लॉ करके आया हूं, मैंने हैट पहन रखा है, मैंने गाउन डाल रखा है, मैं अब बड़ा साहब बन गया, तू अभी तक पाथिए उठा रही है? ਤੇ ਉਹ ਬਾਬਾ ਸਾਹਿਬ ਦਾ ਸਮਕਾਲੀ ਕਹਿੰਦਾ, ਪਤਾ ਉਹਨੂੰ ਜਵਾਬ ਕਹਿ ਦਿੱਤਾ ਬਾਬਾ ਸਾਹਿਬ ਅੰਬੇਡਕਰ ਦੀ ਪਤਨੀ ਨੇ, ਕਹਿੰਦੀ अरे साहब अगर मैं एक एक पाथी इकट्ठी करके बेच करके मैं आपको ना बेचती पढ़ने के लिए फीस के लिए तो आप बैरिस्टर नहीं बन सकते थे। ये कुर्बानियां बाबा साहब डॉक्टर अंबेडकर ਦੀ पत्नी 1935 ਦੇ ਵਿੱਚ ਉਹਨਾਂ ਨੂੰ ਵਿਛੋੜਾ ਦੇ ਗਈ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਨੇ ਸਿਰ ਮਨਾ ਕੇ ਸਿਰ ਦੇ ਵਿੱਚ ਜਿੱਦਾਂ ਉਸ ਤਰ੍ਹਾਂ ਫਰਾ ਲਈਏ, ਸਾਫ਼ ਕਰਾ ਦਈਏ, ਪਗਮਾ ਕੱਪੜਾ ਸੂਟ ਪਹਿਨ ਲਿਆ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਪਤਨੀ ਦੇ ਵਿਜੋਗ ਵਿੱਚ ਕਿ ਮੈਂ ਹੁਣ ਸਭ ਕੁਝ ਛੱਡ ਕੇ ਮੈਂ ਕਿਸੇ ਦਰਕਨਾਰ ਕਿਤੇ ਬੈਠ ਜਾਵਾਂਗਾ ਜਾ ਕੇ। ਤਾਂ ਫਿਰ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰਾਂ ਨੇ ਬਾਬਾ ਸਾਹਿਬ ਦੇ ਪੈਰ ਫੜੇ, ਮਿੰਨਤ ਤਰਲੇ ਕੀਤੇ ਕਿ ਬਾਬਾ ਸਾਹਿਬ ਤੁਸੀਂ ਤਾਂ ਕਿਨਾਰਾ ਕਰ ਜਾਓਗੇ, ਇਹ ਸਮਾਜ ਦਾ ਕੀ ਬਣੇਗਾ, ਇਹਨਾਂ ਨੂੰ ਕੌਣ ਪੁੱਛੇਗਾ, ਇਹਨਾਂ ਦੀ ਬਾਹ ਕੌਣ ਫੜੇਗਾ। ਅੱਜ ਦਾ ਨਾਟਕ ਦੇ ਵਿੱਚ ਕਰਲਾ ਰਹੇ ਸੀ ਲੋਕ ਬੱਚੇ, ਸੀਨ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਇੱਕ ਜਗ੍ਹਾ ਲਿਖਦੇ ਆ, ਕਹਿੰਦਾ ਉਹ ਲੋਕੋ ਮੈਂ ਤੁਹਾਡੀਆਂ ਚੀਕਾਂ, ਤੁਹਾਡੀਆਂ ਪੁਕਾਰਾਂ, ਤੁਹਾਡੀਆਂ ਦਰਦਨਾਕ ਤੁਹਾਡੀਆਂ ਚੀਕਾਂ ਸੁਣ ਕੇ ਦੇਖ ਕੇ ਮੇਰਾ ਸੀਨਾ ਫਟ ਜਾਂਦਾ ਆ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪ ਲਿਖਦੇ ਆ ਕਲਬ ਦੇ ਨਾਲ ਕਿ ਤੁਹਾਡੇ ਮੁਰਝਾਏ ਹੋਏ ਚਿਹਰੇ ਦੇਖ ਕੇ, ਤੁਹਾਡਾ ਅਪਮਾਨ ਦੇਖ ਕੇ, ਤੁਹਾਡੀਆਂ ਦਰਦ ਭਰੀਆਂ ਚੀਕਾਂ ਦੇਖ ਕੇ, ਤੁਹਾਡੀ ਭੁੱਖਮਰੀ ਦੇਖ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਕਿ ਮੇਰਾ ਸੀਨਾ ਫਟ ਜਾਂਦਾ, ਮੇਰਾ ਮਨ ਕਰਦਾ ਕਿ ਮੈਂ ਬੰਦੂਕ ਚੱਕ ਕੇ ਇਹਨਾਂ ਦੁਸ਼ਮਣਾਂ ਨੂੰ ਫਨਾਹ ਕਰ ਦਿਆਂ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਲਿਖ ਕੇ ਗਏ ਆ। ਔਰ ਜਿਹੜੀ ਗੱਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਸ ਦੇਸ਼ ਦੇ ਵਿੱਚ ਕਰਨਾ ਚਾਹੁੰਦੇ ਸੀ ਕਿ ਇਸ ਦੇਸ਼ ਦੇ ਅੰਦਰ ਬਿਨਾਂ ਕਿਸੇ ਖੂਨ ਖਰਾਬੇ ਤੋਂ ਜਾਂ ਬਿਨਾਂ ਕਿਸੇ ਲੜਾਈ ਤੋਂ ਇਸ ਦੇਸ਼ ਦੇ ਵਿੱਚ ਤਬਦੀਲੀ ਆਵੇ, ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਕੇ ਗਏ ਆ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਮਹਾਨ ਲੋਕ ਹੋਏ ਆ, ਚਾਹੇ ਕੋਈ ਹੋਵੇ, ਚਾਹੇ ਸਾਡੇ ਗੁਰੂ ਰਹਿਬਰ ਹੋਏ ਆ, ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਹਾਨ ਬੰਦਾ ਆਪਣੀ ਜ਼ਿੰਦਗੀ 'ਚ ਕੁਝ ਨਹੀਂ ਕੋਈ ਕਰ ਸਕਿਆ। ਇੱਕੋ ਹੀ ਇੱਕ ਸ਼ਖਸੀਅਤ ਹੈ, ਇੱਕੋ ਹੀ ਇੱਕ ਰਹਿਬਰ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ, ਜਿਨ੍ਹਾਂ ਨੇ ਥਾਲੀ ਦੇ ਵਿੱਚ ਪਰੋਸ ਕੇ ਤੁਹਾਨੂੰ ਇਹ ਰਾਜਨੀਤਿਕ ਬਰਾਬਰਤਾ ਲੈ ਕੇ ਦਿੱਤੀ ਹੈ। ਇਕੱਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਪੂਰੀ ਦੁਨੀਆ, ਪੂਰੇ ਵਿਸ਼ਵ ਦੇ ਵਿੱਚ ਇੱਕੋ ਹੀ ਰਹਿਬਰ ਇਨਸਾਨ ਹੋਏ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਥਾਲ ਦੇ ਵਿੱਚ ਜਿੱਦਾਂ ਪਰੋਸ ਕੇ ਖਾਣਾ ਦੇਈਦਾ ਆ, ਇਸ ਤਰ੍ਹਾਂ ਉਹਨਾਂ ਨੇ ਸਾਨੂੰ ਇਹ ਹੱਕ ਜਿਹੜੇ ਆ ਪਰੋਸ ਕੇ ਲੈ ਕੇ ਦਿੱਤੇ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਹਿੱਸੇ ਆਇਆ, ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਇੱਕ ਜ਼ਿਕਰ ਮੈਂ ਹੋਰ ਕਰਨਾ ਚਾਹਨਾ, ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ, ਜਿਨ੍ਹਾਂ ਨੇ ਆਦ ਧਰਮ ਮੰਡਲ ਦੀ ਲਹਿਰ ਚਲਾਈ 1926 ਦੇ ਵਿੱਚ। ਔਰ ਮੈਂ ਇਹ ਵੀ ਸਮਝ ਜਾਣਦਾ ਕਿ ਅਗਰ ਬਾਬੂ ਮੰਗੂ ਰਾਮ ਪੰਜਾਬ ਦੇ ਵਿੱਚ ਆਦ ਧਰਮ ਮੰਡਲ ਦੀ ਲਹਿਰ ਨਾ ਚਲਾਉਂਦੇ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸ਼ਾਇਦ ਹੀ ਨੈਸ਼ਨਲ ਆਗੂ ਨਹੀਂ ਸੀ ਬਣ ਸਕਦੇ। ਇਹ ਮੇਰੀ ਪੜ੍ਹਾਈ ਕਹਿੰਦੀ, ਮੇਰੀ ਸਮਝ ਕਹਿੰਦੀ, ਤੁਹਾਡੀ ਸਮਝ ਕਿੱਥੇ ਖੜੀ ਮੈਂ ਨਹੀਂ ਕਹਿ ਸਕਦਾ। ਅਗਰ ਬਾਬੂ ਮੰਗੂ ਰਾਮ ਦੀ ਜਿਹੜੀ ਉਹ ਲਹਿਰ ਸੀ ਆਦ ਧਰਮ ਮੰਡਲ ਦੀ, ਕਿਉਂਕਿ ਜਦੋਂ ਲੰਡਨ ਦੀਆਂ ਗੋਲਮੇਜ ਕਾਨਫਰੰਸਾਂ ਦੇ ਵਿੱਚ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਇੰਗਲੈਂਡ ਗਏ ਆ, ਤਾਂ ਜਦੋਂ ਉੱਥੇ ਗਾਂਧੀ ਨੇ ਸਵਾਲ ਖੜਾ ਕੀਤਾ ਕਿ ਮੈਂ ਪੂਰੇ ਹਿੰਦੁਸਤਾਨ ਦਾ ਲੀਡਰ ਆ ਹਿੰਦੂਆਂ ਦਾ, ਡਾਕਟਰ ਅੰਬੇਡਕਰ ਕਿਸੇ ਕੌਮ ਦਾ ਲੀਡਰ ਨਹੀਂ, ਇਹਨੂੰ ਲੰਡਨ ਦੀ ਗੋਲਮੇਜ ਕਾਨਫਰੰਸ ਵਿੱਚ ਬੋਲਣ ਦਾ ਸਮਾਂ ਨਹੀਂ ਮਿਲਣਾ ਚਾਹੀਦਾ। ਤਾਂ ਅੰਗਰੇਜ਼ਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੁੱਛਿਆ ਕਿ ਅੰਬੇਡਕਰ ਸਾਹਿਬ ਆ ਗਾਂਧੀ ਕੀ ਕਹਿ ਰਿਹਾ? ਕਹਿੰਦਾ ਜੀ ਇਹਦਾ ਕੀ ਆ, ਇਹ ਤਾਂ ਸਿਰ ਫਿਰ ਆਦਮੀ ਆ, ਤੁਸੀਂ ਇਹ ਗੱਲ ਲੋਕਾਂ ਨੂੰ ਪੁੱਛੋ ਜਾਂ ਮੇਰੇ ਸਮਾਜ ਨੂੰ ਪੁੱਛੋ ਕਿ ਤੁਹਾਡਾ ਲੀਡਰ ਕੌਣ ਹੈ, ਤੁਹਾਡਾ ਲੀਡਰ ਗਾਂਧੀ ਹੈ ਜਾਂ ਤੁਹਾਡਾ ਲੀਡਰ ਡਾਕਟਰ ਅੰਬੇਡਕਰ ਹੈ। ਤਾਂ ਅੰਗਰੇਜ਼ਾਂ ਨੇ ਇੱਕ ਅਧਿਆਦੇਸ਼ ਜਾਰੀ ਕੀਤਾ, ਜਿਹੜੇ ਦਲਿਤ ਲੋਕ ਸੀ, ਅਛੂਤ ਲੋਕ ਸੀ, ਉਹਨਾਂ ਨੂੰ ਕਿਹਾ, ਉਹਨਾਂ ਤੋਂ ਪੁੱਛਿਆ ਕਿ ਤੁਸੀਂ ਟੈਲੀਗ੍ਰਾਮਾਂ ਰਾਹੀਂ ਦੱਸੋ ਕਿ ਤੁਹਾਡਾ ਲੀਡਰ ਕੌਣ ਹੈ, ਗਾਂਧੀ ਹੈ ਜਾਂ ਤੁਹਾਡਾ ਲੀਡਰ ਡਾਕਟਰ ਅੰਬੇਡਕਰ ਹੈ। ਗਾਂਧੀ ਦੇ ਹੱਕ ਦੇ ਵਿੱਚ ਸਿਰਫ 3 ਟੈਲੀਗ੍ਰਾਮਾਂ ਗਈਆਂ। ਗੁਰਵੰਤਾ ਸਿੰਘ ਸੀ, ਇੱਕ ਪ੍ਰਿਥੀ ਸਿੰਘ ਯਾਰ ਸੀ ਰੋਪੜ ਤੋਂ, ਇੱਕ ਜਗਜੀਵਨ ਰਾਮ।
ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਹੱਕ ਦੇ ਵਿੱਚ, ਕਿਉਂਕਿ ਉਸ ਵੇਲੇ ਲੋਕਾਂ ਕੋਲ ਧਨ ਦੌਲਤ ਵੀ ਨਹੀਂ ਸੀ ਹੁੰਦਾ, ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਇਸ ਗੱਲ ਨੂੰ ਸਮਝ ਕੇ ਬਾਬੂ ਮੰਗੂ ਰਾਮ ਨੇ ਲੋਕਾਂ ਨੂੰ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਹਾ, ਲੋਕੋ ਉਹ ਆਪਣੇ 2-2 ਡੰਗ ਦਾ ਆਟਾ ਵੇਚ ਦਿਓ, ਭੁੱਖੇ ਰਹਿ ਲਓ, 2-2 ਡੰਗ ਦਾ ਪੀਪੇ ਦਾ ਆਟਾ ਵੇਚ ਦਿਓ, ਪਰ ਡਾਕਟਰ ਅੰਬੇਡਕਰ ਦੇ ਹੱਕ ਦੇ ਵਿੱਚ ਟੈਲੀਗ੍ਰਾਮਾਂ ਭੇਜੋ ਇੰਗਲੈਂਡ ਨੂੰ, ਜੇ ਤੁਸੀਂ ਕੋਈ ਸੁੱਖ ਦਾ ਦਿਨ ਦੇਖਣਾ ਚਾਹੁੰਦੇ ਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਲੰਡਨ ਦੇ ਵਿੱਚ ਜਦੋਂ ਹਜ਼ਾਰਾਂ ਟੈਲੀਗ੍ਰਾਮਾਂ ਲੋਕਾਂ ਨੇ ਭੇਜੀਆਂ, ਤਾਂ ਜਾ ਕੇ ਅੰਗਰੇਜ਼ਾਂ ਨੇ ਫੈਸਲਾ ਲਿਆ ਕਿ ਹਾਂ ਵਾਕਈ ਡਾਕਟਰ ਅੰਬੇਡਕਰ ਜਿਹੜਾ ਆ ਉਹ ਆਪਣੇ ਸਮਾਜ ਦਾ, ਜਿਹੜਾ ਦਲਿਤ ਅਛੂਤ ਸਮਾਜ ਦਾ ਜਿਹੜਾ ਇਹ ਲੀਡਰ ਹੈ, ਗਾਂਧੀ ਝੂਠ ਬੋਲ ਰਿਹਾ। ਡਾਕਟਰ ਅੰਬੇਡਕਰ ਸਾਹਿਬ, ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਸੀ ਉਸ ਗੱਲ ਦੇ ਵਿੱਚ, ਉਹ ਬਾਬੂ ਮੰਗੂ ਰਾਮ ਮੱਗੋਵਾਲੀਆ ਔਰ ਉਹਦੀ ਲਹਿਰ ਦਾ ਸੀ। ਤੇ ਜਦੋਂ 24 ਸਤੰਬਰ 1932 ਨੂੰ ਜਦੋਂ ਗਾਂਧੀ ਦੇ ਵਿੱਚ, ਕਿਉਂਕਿ ਅੰਗਰੇਜ਼ਾਂ ਨੇ ਸਾਨੂੰ ਅਧਿਕਾਰ ਦਿੱਤਾ ਸੀ ਸੈਪਰੇਟ ਇਲੈਕਟੋਰਲ ਸਿਸਟਮ ਦਾ, ਕਿ ਤੁਸੀਂ ਵੱਖਰਾ ਅਧਿਕਾਰ ਹੋਏਗਾ ਤੁਹਾਨੂੰ, ਤੁਸੀਂ ਆਪਣਾ ਉਮੀਦਵਾਰ ਖੜਾ ਕਰੋਗੇ, ਤੁਸੀਂ ਉਹਨੂੰ ਜਿਤਾਓਗੇ, ਤੁਹਾਡੀਆਂ ਵੋਟਾਂ ਹੋਣਗੀਆਂ, ਤੁਹਾਡਾ ਉਮੀਦਵਾਰ ਹੋਏਗਾ। ਗਾਂਧੀ ਨੇ ਸੋਚਿਆ ਇਹ ਤਾਂ ਮਰ ਗਏ, ਗਾਂਧੀ ਨੇ ਸੋਚਿਆ ਮਰ ਗਏ ਅਸੀਂ ਤਾਂ, ਇੱਕ ਡਾਕਟਰ ਅੰਬੇਡਕਰ ਨਹੀਂ ਸਾਂਭਿਆ ਜਾਂਦਾ, ਔਰ ਗਾਂਧੀ ਨੇ ਪੂਨੇ ਦੀ ਜਰਬਦਾ ਜੇਲ੍ਹ ਦੇ ਵਿੱਚ ਮਰਨ ਵਰਤ ਰੱਖ ਦਿੱਤਾ ਕਿ ਮੈਂ ਇਹਨਾਂ ਅਧਿਕਾਰਾਂ ਦੇ ਖਿਲਾਫ ਭੁੱਖਾ ਰਹਿ ਕੇ ਮਰ ਜਾਵਾਂਗਾ। ਤੇ ਉਧਰ ਡਾਕਟਰ ਅੰਬੇਡਕਰ ਸਾਹਿਬ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਜੇ ਗਾਂਧੀ ਮਰ ਗਿਆ ਤਾਂ ਡਾਕਟਰ ਅੰਬੇਡਕਰ ਅਸੀਂ ਤੈਨੂੰ ਮਾਰ ਦਿਆਂਗੇ। ਤਾਂ ਡਾਕਟਰ ਅੰਬੇਡਕਰ ਸਾਹਿਬ ਨੇ ਜਵਾਬ ਦਿੱਤਾ ਅਖਬਾਰਾਂ ਰਾਹੀਂ ਵੀ ਮੈਂ ਤਾਂ ਕਸਮ ਖਾ ਕੇ ਚੱਲਿਆ ਸੀ ਵੀ ਜੇ ਮੈਂ ਆਪਣੇ ਲੋਕਾਂ ਦੀਆਂ ਗੁਲਾਮੀ ਦੀਆਂ ਬੇੜੀਆਂ ਨਾ ਤੋੜ ਸਕਿਆ, ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਗਾ। ਮੈਂ ਆਪਣੇ ਲੋਕਾਂ ਨੂੰ ਹੱਕ ਲੈ ਕੇ ਦੇ ਦਿੱਤੇ, ਤੁਸੀਂ ਮੈਨੂੰ ਖੰਭੇ ਨਾਲ ਪੁੱਠਾ ਲਟਕਾ ਦਿਓ, ਤੁਸੀਂ ਮੈਨੂੰ ਗੋਲੀ ਮਾਰ ਦਿਓ, ਮੇਰਾ ਨਹੀਂ ਤੁਸੀਂ ਕੁਝ ਵੀ ਕਰ ਸਕਦੇ। ਫਿਰ ਗਾਂਧੀ ਦੀ ਘਰਵਾਲੀ ਕਸਤੂਰਬਾ ਗਾਂਧੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕੋਲ ਗਈ, ਆਪਣੇ ਸਿਰ ਦੀ ਚੁੰਨੀ ਲਾ ਕੇ ਉਹਨਾਂ ਦੇ ਪੈਰਾਂ ਤੇ ਰੱਖੀ ਕਿ ਡਾਕਟਰ ਅੰਬੇਡਕਰ ਸਾਹਿਬ, ਜੇ ਤੁਸੀਂ ਗਾਂਧੀ ਨਾਲ ਸਮਝੌਤਾ ਨਾ ਕੀਤਾ, ਗਾਂਧੀ ਨੇ ਮਰ ਜਾਣਾ, ਤੇਰੀ ਭੈਣ ਨੇ ਰੰਡੀ ਹੋ ਜਾਣਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦਾ, ਤੂੰ ਇੱਕ ਰੰਡੀ ਹੁੰਨੀ ਆ ਭੈਣ, ਉਧਰ ਮੇਰੀਆਂ ਕਰੋੜਾਂ ਭੈਣਾਂ ਜਿਹੜੀਆਂ ਉਹ ਸੁਹਾਗਣਾ ਹੁੰਦੀਆਂ, ਮੈਂ ਤੈਨੂੰ ਕੱਲੀ ਵੀ ਰੰਡੇਪੇ ਨੂੰ, ਮੈਂ ਰੰਡ ਪੁਣੇ ਨੂੰ ਕੀ ਕਰਾਂ। ਗਾਂਧੀ ਦਾ ਮੁੰਡਾ ਦੇਵਦਾਸ ਗਾਂਧੀ ਮੂੰਹ 'ਚ ਘਾਹ ਦੀ ਤਿੜ ਪਾ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਅੱਗੇ ਜਾ ਕੇ ਭੁੱਬਾ ਮਾਰ ਕੇ ਰੋਇਆ, ਮੇਰੇ ਬਾਪੂ ਨੂੰ ਬਚਾ ਲਾ। ਡਾਕਟਰ ਅੰਬੇਡਕਰ ਸਾਹਿਬ ਨੂੰ ਜਦੋਂ ਲਾਸਟ ਵਿੱਚ ਬਾਬਾ ਸਾਹਿਬ ਅੰਬੇਡਕਰ ਨਹੀਂ ਮੰਨੇ, ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਨੂਨੀ ਲੋਕਾਂ ਨੇ ਖੂਨ ਦੇ ਨਾਲ ਲੈਟਰ ਲਿਖ ਕੇ ਭੇਜਿਆ, 24 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਡਾਕਟਰ ਅੰਬੇਡਕਰ, ਜੇ ਤੂੰ 24 ਘੰਟਿਆਂ ਵਿੱਚ ਗਾਂਧੀ ਨਾਲ ਸਮਝੌਤਾ ਨਾ ਕੀਤਾ, ਫਿਰ ਡਾਕਟਰ ਅੰਬੇਡਕਰ ਅਸੀਂ ਤੈਨੂੰ ਨਹੀਂ ਕੁਝ ਕਵਾਂਗੇ, ਫਿਰ ਅਸੀਂ ਤੇਰੀਆਂ ਅੱਖਾਂ ਸਾਹਮਣੇ ਤੇਰਾ ਸਾਰਾ ਸਮਾਜ ਸਾੜ ਕੇ ਮਾਰ ਦਿਆਂਗੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਉਹ ਚਿੱਠੀ ਧਮਕੀ ਵਾਲੀ ਲੈ ਕੇ, ਜਿਹੜਾ ਵਾਇਸਰਾਏ ਸੀ ਭਾਰਤ ਦਾ ਰਾਜਾ ਸੀ, ਅੰਗਰੇਜ਼ ਕੋਲ ਗਏ, ਕਹਿੰਦੇ ਵਾਇਸਰਾਏ ਸਾਹਿਬ ਆ ਮੈਨੂੰ ਧਮਕੀ ਮਿਲੀ ਆ, ਮੈਂ ਆਪਣੇ ਲੋਕਾਂ ਨੂੰ ਮਰਦਾ ਨਹੀਂ ਦੇਖ ਸਕਦਾ ਅੱਖਾਂ ਦੇ ਸਾਹਮਣੇ। ਇਹਨਾਂ ਨੇ ਤਾਂ ਅਜੇ ਤੱਕ ਇਹਨਾਂ ਨੇ ਜ਼ਿੰਦਗੀ ਨਹੀਂ ਦੇਖੀ ਕਿ ਜ਼ਿੰਦਗੀ ਕੀ ਹੁੰਦੀ ਹੈ। ਜੇ ਜ਼ਿੰਦਗੀ ਤੋਂ ਪਹਿਲਾਂ ਮੌਤ ਮਿਲ ਗਈ ਤਾਂ ਵਾਇਸਰਾਏ ਨੇ ਕਿਹਾ, ਡਾਕਟਰ ਅੰਬੇਡਕਰ ਸਾਹਿਬ ਨੂੰ ਦਲੀਲ ਦਿੱਤੀ ਕਿ ਅੰਬੇਡਕਰ ਸਾਹਿਬ ਤੁਹਾਨੂੰ ਵੀ ਜਿੱਦ ਨਹੀਂ ਕਰਨੀ ਚਾਹੀਦੀ, ਇਹ ਲੜਾਈ ਆ, ਸੰਘਰਸ਼ ਆ, ਚੱਲਦੇ ਰਹਿੰਦੇ ਆ, ਅੱਜ ਇੰਨਾ ਪ੍ਰਾਪਤ ਹੋਇਆ, ਕੱਲ ਨੂੰ ਇੰਨਾ ਪ੍ਰਾਪਤ ਹੋਇਆ। ਉਹਨੇ ਕਿਹਾ ਕਿ ਅਸੀਂ ਤੁਹਾਡੀ ਮਦਦ ਮਾੜੀ ਮੋਟੀ ਸ਼ਹਿਰਾਂ 'ਚ ਤਾਂ ਕਰ ਸਕਦੇ ਆ, ਸਾਡੇ ਕੋਲ ਉਨੀ ਫੋਰਸ ਪੁਲਿਸ ਨਹੀਂ ਕਿ ਅਸੀਂ ਤੁਹਾਡੀ ਪਿੰਡਾਂ ਵਿੱਚ ਰਾਖੀ ਕਰ ਸਕੀਏ। ਤਾਂ ਵਾਇਸਰਾਏ ਨੇ ਕਿਹਾ ਕਿ ਡਾਕਟਰ ਅੰਬੇਡਕਰ ਸਾਹਿਬ ਨੂੰ ਤੁਹਾਨੂੰ ਵੀ ਮੰਨ ਲੈਣਾ ਚਾਹੀਦਾ। ਤਾਂ ਡਾਕਟਰ ਅੰਬੇਡਕਰ ਸਾਹਿਬ ਨੂੰ ਮਜਬੂਰ ਹੋ ਕੇ 24 ਸਤੰਬਰ 1932 ਨੂੰ ਸ਼ਾਮ ਦੇ 5 ਵਜੇ ਪੂਨੇ ਦੀ ਜਰਬਦਾ ਜੇਲ੍ਹ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਰੋ ਕੇ ਔਰ ਗਾਂਧੀ ਨੂੰ ਇਹ ਗੱਲ ਕਹੀ ਕਿ ਤੁਸੀਂ ਮੈਨੂੰ ਫਾਂਸੀ ਦੇ ਫੱਟੇ ਤੇ ਲੰਮਾ ਪਾ ਦਿੰਦੇ ਪੁੱਠਾ, ਮੈਨੂੰ ਖੰਭੇ ਨਾਲ ਲਟਕਾ ਦਿੰਦੇ, ਮੈਂ ਕਦੇ ਵੀ ਸਮਝੌਤਾ ਨਾ ਕਰਦਾ, ਪਰ ਮੈਂ ਆਪਣੇ ਲੋਕਾਂ ਨੂੰ ਆਪਣੇ ਅੱਖਾਂ ਸਾਹਮਣੇ ਸੜਦਾ ਮਰਦਾ ਨਹੀਂ ਦੇਖ ਸਕਦਾ। ਇਦਾਂ ਦਾ ਲੀਡਰ ਨੇਤਾ ਕੋਈ ਹੋ ਸਕਦਾ? ਲੱਖਾਂ ਲੋਕ ਮਰਵਾ ਦਿੰਦੇ ਆ, ਲੱਖਾਂ ਲੋਕ ਮਰਵਾ ਦਿੰਦੇ ਆ। ਅੱਜ ਜਦੋਂ ਸਨ 47 ਦੇ ਵਿੱਚ ਪਾਕਿਸਤਾਨ ਬਣਿਆ, ਰੌਲੇ ਪਏ ਆ, 10 ਲੱਖ ਲੋਕ ਮਰੇ ਅਦਲਾ ਬਦਲੀ ਦੇ ਵਿੱਚ, 10 ਲੱਖ ਲੋਕ ਮਰੇ 1947 ਦੇ ਰੌਲਿਆਂ ਦੇ ਵਿੱਚ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਲ ਇੰਡੀਆ ਰੇਡੀਓ ਤੋਂ ਬੋਲਦਿਆਂ ਆਪਣੀ ਸਪੀਚ ਦਿੱਤੀ, ਗੱਲ ਕਹੀ ਕਿ ਉਹ ਗੁੰਡਿਓ, ਜੇ ਕਿਸੇ ਨੇ ਮੇਰਾ ਇੱਕ ਵੀ ਬੰਦਾ ਮਾਰਿਆ ਤਾਂ ਮੈਂ ਇੱਕ ਦੇ ਬਦਲੇ 14 ਮਾਰਾਂਗਾ। ਔਰ ਕਿਸੇ ਦਾ ਬਾਲ ਨਹੀਂ ਵਿੰਗਾ ਹੋਇਆ ਸਨ 47 ਵਿੱਚ ਰੌਲਿਆਂ ਦੇ ਵਿੱਚ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ, ਜਿਹੜੇ ਲੋਕ ਸਾਡੇ ਪਾਕਿਸਤਾਨ ਦੇ ਵਿੱਚ ਰਹਿ ਗਏ ਸੀ, ਕਿਉਂਕਿ ਉਹ ਚਾਹੁੰਦੇ ਸੀ, ਪਾਕਿਸਤਾਨੀ ਵੀ ਚਾਹੁੰਦੇ ਸੀ ਰਹਿਣਗੇ ਘੱਟ ਗਿਣਤੀ, ਜਿਨ੍ਹਾਂ ਤੋਂ ਗੁਲਾਮੀ ਕਰਵਾਵਾਂਗੇ, ਤੇ ਇੱਧਰ ਗਾਂਧੀ ਨਹਿਰੂ ਇਹ ਸੋਚਦੇ ਸੀ ਉਨੀ ਨਫਰੀ ਘਟੂਗੀ ਇਹਨਾਂ ਦੀ ਰਹਿਣ ਉੱਧਰ,
ਤਾਂ ਬਾਬਾ ਸਾਹਿਬ ਅੰਬੇਡਕਰ ਆਪ ਮਹਾਰ ਰੈਜੀਮੈਂਟ ਦੇ ਫੌਜੀਆਂ ਨੂੰ ਨਾਲ ਲੈ ਕੇ ਪਾਕਿਸਤਾਨ ਦੇ ਵਿੱਚੋਂ 10 ਲੱਖ ਲੋਕਾਂ ਨੂੰ ਕੱਢ ਕੇ ਲੈ ਕੇ ਆਏ ਉਸ ਗੁਲਾਮੀ ਦੇ ਵਿੱਚੋਂ। ਔਰ ਪਹਿਲੇ ਕਾਨੂੰਨ ਮੰਤਰੀ ਡਾਕਟਰ ਅੰਬੇਡਕਰ ਸਾਹਿਬ ਬਣੇ ਇੰਡੀਆ ਦੇ, ਔਰ ਦੂਸਰੇ ਪਾਕਿਸਤਾਨ ਦਾ ਪਹਿਲਾ ਕਾਨੂੰਨ ਮੰਤਰੀ ਜੋਗਿੰਦਰ ਨਾਥ ਮੰਡਲ, ਉਹ ਵੀ ਸਾਡੀ ਬਰਾਦਰੀ ਦਾ ਸੀ, ਦਲਿਤ ਸੀਗਾ, ਛੂਤ ਸੀਗਾ ਉਹ। ਬਾਬਾ ਸਾਹਿਬ ਡਾਕਟਰ ਅੰਬੇਡਕਰ, ਮੈਂ ਸੋਚਦਾ ਹੁੰਦਾ ਕਈ ਵਾਰ ਕਿ ਜਿੰਨਾ ਕੰਮ ਕੋਈ ਆਪਣੀਆਂ 20 ਜ਼ਿੰਦਗੀਆਂ 'ਚ ਨਹੀਂ ਕਰ ਸਕਦਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਇੱਕ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਕੇ ਗਏ ਆ। 20 ਜ਼ਿੰਦਗੀਆਂ ਲਾ ਕੇ ਵੀ ਇੰਨਾ ਕੰਮ ਨਹੀਂ ਹੋ ਸਕਦਾ ਜਿੰਨਾ ਕੰਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੜੇ ਆ ਉਹ ਕਰਕੇ ਗਏ ਆ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਇਹ ਸੰਘਰਸ਼, ਉਹਨਾਂ ਦਾ ਜੀਵਨ ਜਿਸ ਤਰ੍ਹਾਂ ਚੱਲਿਆ, ਜਿੱਦਾਂ ਉਹਨਾਂ ਦਾ ਅਪਮਾਨ ਹੋਇਆ ਜਗ੍ਹਾ ਜਗ੍ਹਾ ਦੇ ਉੱਤੇ, ਤੇ ਅਪਮਾਨ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪਣੇ ਸਨਮਾਨ ਦੇ ਵਿੱਚ ਪੈ ਜਾਂਦੇ ਕਿ ਮੈਨੂੰ ਸਨਮਾਨ ਚਾਹੀਦਾ ਆ, ਤੇ ਸਾਨੂੰ ਲੋਕਾਂ ਨੂੰ ਕਦੇ ਵੀ ਸਨਮਾਨ ਨਾ ਮਿਲਦਾ। ਪੈਰ ਪੈਰ ਦੇ ਉੱਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਅਪਮਾਨ ਹੋਇਆ। ਔਰ ਜਦੋਂ 1935 ਦੇ ਵਿੱਚ ਸਮਝੌਤਾ ਹੋਇਆ, ਜਦੋਂ ਪੂਨਾ ਪੈਕਟ ਦੇ ਉੱਪਰ ਦਸਤਖਤ ਹੋਏ, ਔਰ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਦਸਤਖਤ ਕੀਤੇ, ਜਿੱਦਾਂ ਜੱਜ ਫਾਂਸੀ ਦੇ ਕੇ ਕਿਸੇ ਨੂੰ ਆਪਣੀ ਕਲਮ ਤੋੜ ਦਿੰਦਾ ਹੈ ਨਾ, ਤਾਂ ਡਾਕਟਰ ਅੰਬੇਡਕਰ ਸਾਹਿਬ ਨੇ ਪੂਨਾ ਪੈਕਟ ਦੇ ਉੱਤੇ ਦਸਤਖਤ ਕਰਕੇ ਆਪਣੀ ਕਲਮ ਦੀ, ਆਪਣੇ ਪੈਨ ਦੀ ਨਿੱਬ ਤੋੜ ਦਿੱਤੀ ਕਿ ਮੈਂ ਆਪਣੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕਰ ਰਿਹਾ, ਔਰ ਧੋਖਾ ਹੋ ਰਿਹਾ ਮੇਰੇ ਲੋਕਾਂ ਦੇ ਨਾਲ। ਅਸੀਂ ਕਦੇ ਸਮਝਿਆ, ਅਸੀਂ ਕਦੇ ਜਾਣਿਆ ਧੋਖਾ ਕੀ ਸੀ? ਕਿ ਜਿਹੜਾ ਉਹ ਵੱਖਰਾ ਚੋਣ ਅਧਿਕਾਰ ਸੀ ਸਾਨੂੰ ਦਿੱਤਾ ਸੀ ਅੰਗਰੇਜ਼ਾਂ ਨੇ, ਤਾਂ ਉਹ ਅਧਿਕਾਰ ਗਾਂਧੀ ਨੇ ਮਰਨ ਵਰਤ ਰੱਖ ਕੇ ਖੋਹ ਲਿਆ। ਰਿਜ਼ਰਵ ਸੀਟ ਦੇਤੀ, ਰਿਜ਼ਰਵ ਵੋਟ ਖੋਹ ਲਈ ਸਾਡੇ ਕੋਲੋਂ। ਰਿਜ਼ਰਵ ਸੀਟ ਕੀ, ਜਿੰਨੇ ਰਿਜ਼ਰਵ ਤੋਂ ਚੁਣ ਕੇ ਐਮਐਲਏ ਐਮਪੀ ਜਾਂਦੇ ਆ। ਔਰ ਜਿਸ ਸਮਾਜ ਦੇ ਸ਼ਡਿਊਲ ਕਾਸਟ ਸਮਾਜ ਦੀ ਜੇ ਆਪਾਂ ਗੱਲ ਕਰੀਏ, ਉਹਨਾਂ ਦੇ 130 ਐਮਪੀ ਚੁਣ ਕੇ ਜਾਂਦੇ ਆ ਪਾਰਲੀਮੈਂਟ ਵਿੱਚ। ਜੇ 55 ਮੈਂਬਰ ਪਾਰਲੀਮੈਂਟ ਇੱਕ ਰੈਜੂਲੇਸ਼ਨ ਕਰਕੇ ਲੋਕ ਸਭਾ ਦੇ ਸਪੀਕਰ ਦੀ ਮੇਜ਼ ਤੇ ਰੱਖ ਦੇਣ, ਤਾਂ ਪਾਰਲੀਮੈਂਟ ਦੀ ਕਾਰਵਾਈ ਠੱਪ ਹੋ ਕੇ ਉਹਦੀ ਗੱਲ ਸੁਣਨੀ ਪੈਂਦੀ ਆ, ਉਸ ਰੈਜੂਲੇਸ਼ਨ ਦੇ ਉੱਤੇ ਚਰਚਾ ਕਰਵਾਉਣੀ ਪੈਂਦੀ ਆ। ਚਾਹੀਦੇ 55 ਆ ਤੇ ਹੈਗੇ 130 ਆ। ਜਿਸ ਸਮਾਜ ਦੇ 130